ਧੰਨਵਾਦ। ਪਰਮੇਸ਼ਰ ਦੇ ਇਸ ਅਵਸਰ ਲਈ ਅਸੀਂ ਧੰਨਵਾਦ ਕਰਦੇ ਹਾਂ ਕਿ ਪਰਮੇਸ਼ਰ ਨੇ ਸਾਨੂੰ ਅਵਸਰ ਦਿੱਤਾ ਹੈ ਕਿ ਅਸੀਂ ਫਿਰ ਇੱਕ ਵਾਰ ਪਰਮੇਸ਼ਰ ਦੇ ਪਵਿੱਤਰ ਵਚਨਾਂ ਨੂੰ ਸੁਣ ਸਕੀਏ ਅਤੇ ਸਮਝ ਸਕੀਏ। ਸਾਡਾ ਵਿਸ਼ਾ ਹੈ ਪਰਮੇਸ਼ਰ ਦੇ ਬਾਰੇ। ਅਸੀਂ ਦੇਖ ਰਹੇ ਹਾਂ, ਅੱਜ ਅਸੀਂ ਪਹੁੰਚੇ ਹਾਂ ਸਰਵ ਸ਼ਕਤੀਮਾਨ ਪਰਮੇਸ਼ਰ। ਉਸ ਨੂੰ ਕਿਉਂ ਸਰਵ ਸ਼ਕਤੀਮਾਨ ਕਿਹਾ ਜਾਂਦਾ ਹੈ? ਆਓ ਪਹਿਲਾਂ ਇਸ ਸ਼ਬਦ ਦਾ ਅਰਥ ਨੂੰ ਸਮਝਦੇ ਹਾਂ। ਸਰਵ ਸ਼ਕਤੀਮਾਨ ਹੋਣ ਤੋਂ ਕੀ ਭਾਵ ਹੈ? ਉਹ ਜੋ ਸਭ ਕੁਝ ਕਰ ਸਕਦਾ ਹੋਵੇ, ਭਾਵ ਜਿਸ ਦੇ ਲਈ ਕੋਈ ਗੱਲ ਕਠਿਨ ਨਾ ਹੋਵੇ, ਜਿਸ ਨੂੰ ਕਿਸੇ ਗੱਲ ਨੂੰ ਕਰਨ ਦੇ ਲਈ ਸਿੱਖਣ ਦੀ ਜ਼ਰੂਰਤ ਨਾ ਹੋਵੇ, ਉਸ ਨੂੰ ਕਹਿੰਦੇ ਆ ਸਰਵ ਸ਼ਕਤੀਮਾਨ। ਆਪਣੀ ਇੱਛਾ ਦੇ ਮੁਤਾਬਿਕ, ਆਪਣੇ ਬਲ, ਆਪਣੇ ਹੀ ਰੁਤਬੇ ਦੇ ਅਨੁਸਾਰ ਕਰਨ ਵਾਲਾ ਸ਼ਖਸ ਜਾਂ ਸ਼ਖਸੀਅਤ ਨੂੰ ਪਰਮੇਸ਼ਰ ਸਰਵ ਸ਼ਕਤੀਮਾਨ ਪਰਮੇਸ਼ਰ ਆਖਿਆ ਜਾਂਦਾ ਹੈ। ਸੋ ਆਓ ਇਸ ਗੱਲ ਨੂੰ ਅਸੀਂ ਹੋਰ ਅੱਗੇ ਸਮਝਾਂਗੇ। ਪਰਮੇਸ਼ਰ ਨੂੰ ਸਰਵ ਗਿਆਨ ਇਸ ਲਈ ਹੈ ਕਿਉਂਕਿ ਉਹ ਸਰਵ ਵਿਆਪਕ ਹੈ। ਪ੍ਰਿਯੋ, ਅਸੀਂ ਪਿਛਲੀ ਵਾਰ ਦੇਖਿਆ ਸੀ ਕਿ ਸਰਵ ਗਿਆਨੀ ਪਰਮੇਸ਼ਰ, ਉਸ ਤੋਂ ਪਿਛਲੀ ਵਾਰ ਦੇਖਿਆ ਸੀ ਸਰਵ ਵਿਆਪਕ ਪਰਮੇਸ਼ਰ। ਇਹ ਤਿੰਨੇ ਹੀ ਪਰਮੇਸ਼ਰ ਦੇ ਮੁੱਖ ਗੁਣ ਨੇ ਜਿਨ੍ਹਾਂ ਉੱਤੇ ਪਰਮੇਸ਼ਰ ਉਸ ਨੂੰ ਗੋਡ ਕਰਕੇ ਉਹਦਾ ਨਾਮ ਦਿੱਤਾ ਗਿਆ ਹੈ। ਜਿਵੇਂ ਕਿ ਸਰਵ ਵਿਆਪਕ ਇਸ ਲਈ ਹੈ ਪਰਮੇਸ਼ਰ ਕਿਉਂਕਿ ਉਹ ਸਰਵ ਸ਼ਕਤੀਮਾਨ ਹੈ। ਇਹ ਤਿੰਨੋਂ ਹੀ ਗੁਣ ਜਿਹੜੇ ਉਹਦੇ ਇੱਕ ਦੂਜੇ ਨਾਲ ਮੇਲ ਖਾਂਦੇ ਨੇ ਔਰ ਇੱਕ ਦੂਜੇ 'ਚੋਂ ਬਾਹਰ ਨਿਕਲੇ ਹੋਏ ਨੇ। ਔਰ ਇਸ ਲਈ ਪਰ ਸਾਨੂੰ ਇਸ ਦੀ ਵਿਆਖਿਆ ਅਲੱਗ-ਅਲੱਗ ਕਰਕੇ ਹੀ ਸਮਝਣੀ ਪੈਣੀ ਹੈ, ਜਿਸ ਤਰ੍ਹਾਂ ਪਵਿੱਤਰ ਬਾਈਬਲ ਸਾਨੂੰ ਸਮਝਾਉਂਦੀ ਹੈ। ਪਰਮੇਸ਼ਰ ਵਿੱਚ ਇਹ ਮੁੱਖ ਤਿੰਨ ਗੁਣ ਹੋਣ ਕਰਕੇ ਉਸ ਨੂੰ ਗੋਡ ਭਾਵ ਪਰਮੇਸ਼ਰ ਕਿਹਾ ਜਾਂਦਾ ਹੈ। ਗੋਡ ਸ਼ਬਦ ਦੀ ਅਸੀਂ ਪਰਿਭਾਸ਼ਾ ਨੂੰ ਸਮਝਿਆ ਸੀ ਕਿ ਜਿਹੜਾ ਨਿਰਮਾਤਾ ਯਾਨੀ ਕਿ ਬਣਾਉਣ ਵਾਲਾ ਹੈ, ਪੈਦਾ ਕਰਨ ਵਾਲਾ ਹੈ, ਚਲਾਉਣ ਵਾਲਾ ਹੈ, ਨਾਸ਼ ਕਰਨ ਵਾਲਾ ਹੈ। ਇਸ ਲਈ ਪਰਮੇਸ਼ਰ ਨੂੰ ਪਰਮੇਸ਼ਰ ਆਖਿਆ ਜਾਂਦਾ ਕਿਉਂਕਿ ਪਰਮੇਸ਼ਰ ਵਿੱਚ ਮੁੱਖ ਇਹ ਤਿੰਨ ਗੁਣ ਹਨ, ਜਿਸ ਦੇ ਵਿੱਚ ਅਸੀਂ ਤੀਸਰੇ ਗੁਣ ਦੀ ਅਸੀਂ ਚਰਚਾ ਕਰ ਰਹੇ ਹਾਂ। ਆਓ ਇਸ ਨੂੰ ਅਸੀਂ ਅੱਗੇ ਵਧਾਉਂਦੇ ਹਾਂ। ਜਦ ਅਸੀਂ ਪਵਿੱਤਰ ਬਾਈਬਲ ਦਾ ਅਧਿਐਨ ਕਰਦੇ ਹਾਂ ਔਰ ਪੜ੍ਹਦੇ ਹਾਂ ਜ਼ਬੂਰ 91 ਅਧਿਆਇ ਦੀ 1 ਆਇਤ ਵਿੱਚ, ਤੇ ਇਸ ਪ੍ਰਕਾਰ ਲਿਖਿਆ ਹੈ, ਜਿਹੜਾ ਆਤਮਹਾਨ ਦੀ ਓਟ ਵਿੱਚ ਵਸਦਾ ਹੈ ਉਹ ਸਰਵ ਸ਼ਕਤੀਮਾਨ ਦੇ ਸਾਏ ਹੇਠਾਂ ਟਿਕੇਗਾ। ਪ੍ਰਿਯੋ, ਦਾਊਦ ਆਖਦਾ ਹੈ ਆਪਣੇ ਜਦ ਉਹ ਪਰਮੇਸ਼ਰ ਦੀ ਮਹਿਮਾ ਕਰਦਾ ਪਿਆ ਹੈ ਤੇ ਉਸ ਭਜਨ ਦੇ ਵਿੱਚ ਲਿਖਦਾ ਹੋਇਆ ਪਰਮੇਸ਼ਰ ਨੂੰ ਉਹ ਸਰਵ ਸ਼ਕਤੀਮਾਨ ਕਰਕੇ ਦੱਸਦਾ ਪਿਆ ਹੈ ਕਿ ਜਿਹੜਾ ਪਰਮੇਸ਼ਰ ਹੈ ਉਹ ਸਰਵ ਸ਼ਕਤੀਮਾਨ ਪਰਮੇਸ਼ਰ ਹੈ। ਦੂਸਰੀ ਅਸੀਂ ਉਦਾਹਰਨ ਦੇਖਦੇ ਹਾਂ ਅਬਰਾਹਮ ਦੀ। ਪ੍ਰਿਯੋ, ਜਦ ਅਸੀਂ ਅਬਰਾਹਮ ਦੇ ਵਿਸ਼ੇ 'ਤੇ ਜਦੋਂ ਅਸੀਂ ਬਾਈਬਲ ਨੂੰ ਪੜ੍ਹਦੇ ਹਾਂ, ਉਤਪਤੀ ਦੀ ਕਿਤਾਬ ਜਦ ਉਹਦਾ 17 ਅਧਿਆਇ ਦਾ ਅਧਿਐਨ ਕਰਦੇ ਹਾਂ ਤੇ 17 ਅਧਿਆਇ ਦੇ ਵਿੱਚ ਪਹਿਲੀ ਵਾਰ ਪਰਮੇਸ਼ਰ ਜਿਹੜਾ ਵਾ ਉਹ ਅਬਰਾਹਮ ਦੇ ਉੱਤੇ ਆਪਣੇ ਆਪ ਨੂੰ ਦਰਸ਼ਨ ਦੇ ਵਿੱਚ ਜ਼ਾਹਿਰ ਕਰਦਾ ਅਤੇ ਪਹਿਲੀ ਵਾਰ ਆਪਣਾ ਪਰਿਚੈ ਇਸ ਤਰ੍ਹਾਂ ਦਿੰਦਾ ਹੈ। ਜਦ ਅਬਰਾਹਮ 99 ਵਰ੍ਹਿਆਂ ਦਾ ਹੋਇਆ ਤਦ ਯਹੋਵਾ ਨੇ ਅਬਰਾਹਮ ਨੂੰ ਦਰਸ਼ਨ ਦਿੱਤਾ ਅਤੇ ਉਸ ਨੂੰ ਆਖਿਆ, ਮੈਂ ਸਰਵ ਸ਼ਕਤੀਮਾਨ ਪਰਮੇਸ਼ਰ ਹਾਂ। ਪ੍ਰਿਯੋ, ਪਰਮੇਸ਼ਰ ਨੇ ਆਪਣੇ ਆਪ ਨੂੰ ਜ਼ਾਹਿਰ ਕੀਤਾ ਕਿ ਮੈਂ ਕਿਸ ਤਰ੍ਹਾਂ ਦਾ ਪਰਮੇਸ਼ਰ ਹਾਂ, ਯਾਨੀ ਮੇਰੇ ਵਿੱਚ ਕੀ ਕਰਨ ਦੀ ਤਾਕਤ ਹੈ। ਇਸ ਅੰਦਾਜ਼ ਦੇ ਨਾਲ ਪਰਮੇਸ਼ਰ ਨੇ ਆਪਣੇ ਸੁਭਾਅ ਨੂੰ, ਆਪਣੇ ਗੁਣ ਨੂੰ ਅਬਰਾਹਮ ਦੇ ਉੱਤੇ ਜ਼ਾਹਿਰ ਕੀਤਾ ਸੀ। ਔਰ ਇਹ ਕਿਉਂ ਕੀਤਾ ਸੀ? ਕਿਉਂਕਿ ਜਦੋਂ ਅਸੀਂ ਉਤਪਤੀ ਉਹਦਾ ਅਗਲਾ ਯਾਨੀ 18 ਅਧਿਆਇ ਉਹਦੀ 14 ਆਇਤ ਨੂੰ ਪੜ੍ਹਦੇ ਹਾਂ। ਪ੍ਰਿਯੋ, ਯਾਦ ਰੱਖਣਾ ਜਿਹੜੀ ਆਇਤ ਹੁਣ ਅਸੀਂ ਪੜ੍ਹਨ ਜਾ ਰਹੇ ਹਾਂ, ਪੰਜਾਬੀ ਵਿੱਚ ਇਹ 13ਵਾਂ, ਹਿੰਦੀ ਤੇ ਇੰਗਲਿਸ਼ ਵਿੱਚ ਇਹ 14 ਆਇਤਾਂ। ਸੋ 13 ਆਇਤ ਨੂੰ ਜਦ ਅਸੀਂ ਪੜ੍ਹਦੇ ਹਾਂ ਤੇ 13 ਆਇਤ ਦੀ ਲਾਸਟ ਜਿਹੜੀ ਪੰਕਤੀ ਆ ਉਹ ਕੀ ਕਹਿੰਦੀ ਹੈ? ਭਲਾ ਕੋਈ ਗੱਲ ਯਹੋਵਾ ਪਰਮੇਸ਼ਰ ਲਈ ਔਖੀ ਹੈ? ਸੋ ਪ੍ਰਿਯੋ, ਪਰਮੇਸ਼ਰ ਇੱਥੇ ਆਪ ਅਬਰਾਹਮ ਅਤੇ ਸਾਰਾ ਨੂੰ ਵਿਆਖਿਆ ਕਰਕੇ ਦੱਸਦਾ ਹੈ ਕਿ ਕੋਈ ਗੱਲ ਪਰਮੇਸ਼ਰ ਲਈ ਔਖੀ ਹੈ। ਇਹ ਸਿਲਸਿਲਾ ਕਦੋਂ ਦਾ ਹੈ? ਜਦੋਂ ਅਬਰਾਹਮ ਨੂੰ ਪਰਮੇਸ਼ਰ ਆਸ਼ੀਸ਼ ਦੇਣ ਦੇ ਲਈ ਨੀਚੇ ਆਈ, ਉਸ ਸਮੇਂ ਦੀ ਇਹ ਵਾਰਤਾ ਹੈ ਜਦ ਸਾਰਾ ਆਪਣੇ ਮਨ ਦੇ ਵਿੱਚ ਹੱਸਦੀ ਹੈ ਤੇ ਪਰਮੇਸ਼ਰ ਦੇ ਸਵਰਦੂਤ ਆਖਦੇ ਕਿ ਉਹ ਹੱਸ ਰਹੇ ਨੇ, ਪਰੰਤੂ ਉਹ ਕਹਿੰਦੀ ਨਹੀਂ, ਮੈਂ ਨਹੀਂ ਹੱਸੀ। ਤੇ ਪਰਮੇਸ਼ਰ ਆਖਦਾ ਹੈ ਪਰਮੇਸ਼ਰ ਲਈ ਕੋਈ ਗੱਲ ਕਰਨੀ ਔਖੀ ਨਹੀਂ ਹੈ। ਤੀਸਰੀ ਉਦਾਹਰਨ ਜਿਹੜੀ ਅਸੀਂ ਦੇਖਦੇ ਹਾਂ ਜਿਰਮੀਆ ਨਬੀ ਦੇ ਦੁਆਰਾ। ਜਿਰਮੀਆ ਨਬੀ ਦੇ ਦੁਆਰਾ ਅਸੀਂ ਕੀ ਦੇਖਦੇ ਹਾਂ? ਜਿਰਮੀਆ ਨਬੀ ਇਸ ਪ੍ਰਕਾਰ ਆਖਦਾ ਹੈ, ਇਸ ਨੂੰ ਵੀ ਸਿੱਖਣ ਅਤੇ ਸਮਝਣ ਵਾਲੀ ਗੱਲ ਹੈ ਕਿਉਂਕਿ ਪ੍ਰਿਯੋ, ਜਿਰਮੀਆ ਨਬੀ ਦੇ ਦਰਮਿਆਨ ਕੀ ਹੋਇਆ ਸੀ? ਇਸਰਾਇਲ ਪਾਪ ਕਰਨ ਦੇ ਦੁਆਰਾ ਗੁਲਾਮੀ ਦੇ ਵਿੱਚ ਜਾ ਰਿਹਾ ਸੀ ਔਰ ਪਰਮੇਸ਼ਰ ਜਿਰਮੀਆ ਦੇ ਦੁਆਰਾ ਦੱਸ ਰਿਹਾ ਸੀ ਕਿ ਮੈਂ ਗੁਲਾਮੀ ਦੇ ਵਿੱਚ ਵੀ ਤੁਹਾਡੀ ਪਾਲਣ ਪੋਸ਼ਣ ਕਰਾਂਗਾ, ਤੁਹਾਨੂੰ ਤੋਂ ਕੱਢ ਲਿਆਵਾਂਗਾ ਜਦੋਂ ਤੁਸੀਂ ਮੇਰੇ ਵਾਕਾਂ ਦੇ, ਮੇਰੇ ਵਚਨ ਦੇ ਅਧੀਨ ਰਹੇ ਤਾਂ। ਸੋ ਜਿਰਮੀਆ 32 ਅਧਿਆਇ ਉਹਦੀ 17 ਅਤੇ 27 ਆਇਤ ਪੜਾਂਗੇ। ਪਹਿਲਾਂ ਅਸੀਂ 17 ਆਇਤ ਪੜ੍ਹਦੇ ਹਾਂ। ਸੋ ਕੀ ਲਿਖਿਆ ਹੈ? ਹੇ ਪ੍ਰਭੂ ਯਹੋਵਾ, ਵੇਖ, ਤੈਂ ਆਕਾਸ਼ ਅਤੇ ਧਰਤੀ ਨੂੰ ਵੱਡੀ ਸ਼ਕਤੀ ਅਤੇ ਪਸਾਰੀ ਹੋਈ ਬਾਂਹ ਨਾਲ ਬਣਾਇਆ
ਅਤੇ ਤੇਰੇ ਲਈ ਕੋਈ ਕੰਮ ਕਠਿਨ ਨਹੀਂ ਹੈ। ਸੋ ਪਰਮੇਸ਼ਰ ਨਬੀ ਪਰਮੇਸ਼ਰ ਦੀ ਮਹਿਮਾ ਕਰਕੇ ਦੱਸਦਾ ਪਿਆ ਕਿ ਪਰਮੇਸ਼ਰ ਨੇ ਧਰਤੀ ਆਕਾਸ਼ ਨੂੰ ਆਪਣੀ ਵੱਡੀ ਬਾਜੂਬਲ ਦੇ ਨਾਲ ਬਣਾਇਆ ਹੈ ਅਤੇ ਉਹਦੇ ਲਈ ਕੋਈ ਕੰਮ ਕਠਿਨ ਨਹੀਂ ਹੈਗਾ। ਪਰੰਤੂ 27 ਐਤ ਵਿੱਚ ਪਰਮੇਸ਼ਰ ਆਪਣਾ ਬਿਆਨ ਇਸ ਤਰ੍ਹਾਂ ਦੱਸਦਾ ਹੈ। ਜਦੋਂ 26 ਨੂੰ ਪੜ੍ਹਦੇ ਹਾਂ ਤਾਂ ਯਹੋਵਾ ਦਾ ਵਚਨ ਯਿਰਮੀਆ ਨਬੀ ਦੇ ਕੋਲ ਆਇਆ, ਵੇਖ ਮੈਂ ਸਾਰੇ ਬਸ਼ਰ ਦਾ ਯਹੋਵਾ ਪਰਮੇਸ਼ਰ ਹਾਂ, ਕਿ ਕੋਈ ਕੰਮ ਮੇਰੇ ਲਈ ਕਠਿਨ ਹੈ। ਪ੍ਰਿयो, ਇੱਥੇ ਪਰਮੇਸ਼ਰ ਆਪਣੇ ਸੁਭਾਅ, ਆਪਣਾ ਗੁਣ ਆਪਣੇ ਲੋਕਾਂ ਤੇ ਜ਼ਾਹਿਰ ਕਰਦਾ ਹੈ ਕਿ ਮੇਰੇ ਲਈ ਕੋਈ ਗੱਲ ਕਠਿਨ ਨਹੀਂ ਹੈਗੀ। ਸੋ ਆਓ ਇਸ ਨੂੰ ਅਸੀਂ ਹੋਰ ਅੱਗੇ ਸਮਝਾਂਗੇ। ਜਦ ਇਸ ਨੂੰ ਅਸੀਂ ਦੇਖਦੇ ਹਾਂ ਲੂਕਾ ਦੀ ਇੰਜੀਲ ਉਹਦਾ 1 ਅਧਿਆਇ ਉਹਦੀ 37 ਆਇਤ ਦੇ ਵਿੱਚ, ਉੱਥੇ ਪਰਮੇਸ਼ਰ ਦੇ ਲਈ ਇਸਤੇਮਾਲ ਹੋਇਆ ਕੀ ਹੈ, ਪਰਮੇਸ਼ਰ ਲਈ ਕੁਝ ਵੀ ਅਸੰਭਵ ਨਹੀਂ। ਸੋ ਜਦੋਂ ਤੁਸੀਂ ਪ੍ਰਿयो ਬਾਈਬਲ ਦੇ ਵਿੱਚ ਇਸ ਨੂੰ ਪੜ੍ਹੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਲੂਕਾ ਦੀ ਇੰਜੀਲ ਵਿੱਚ ਉਹਦੇ 1 ਅਧਿਆਇ ਦੇ ਵਿੱਚ ਜਦੋਂ ਸਵਰਗਦੂਤ ਜਿਬਰਾਇਲ ਆਪਣੇ ਆਪ ਨੂੰ ਜ਼ਕਰਿਆ ਜਾਜਕ ਦੇ ਉੱਤੇ ਜ਼ਾਹਿਰ ਕਰਦਾ ਹੈ, ਤਦ ਦੀ ਇਹ ਵਾਰਤਾ ਹੈ। ਤੇ ਕੀ ਆਖਦਾ ਹੈ, ਉਹ ਲਿਖਿਆ ਹੈ, ਸੌਰੀ ਮਾਫ ਕਰਨਾ ਪ੍ਰਿयो, ਜਦ ਜਿਬਰਾਇਲ ਮਰੀਮ ਦੇ ਉੱਤੇ ਜ਼ਾਹਿਰ ਹੁੰਦਾ ਹੈ ਤਦ ਉਹ ਇਹ ਗੱਲ ਆਖਦਾ ਹੈ, ਕਿਉਂਕਿ ਕੋਈ ਵਚਨ ਪਰਮੇਸ਼ਰ ਦੇ ਵੱਲੋਂ ਸ਼ਕਤੀਹੀਨ ਨਾ ਹੋਵੇਗਾ। ਪ੍ਰਿयो, ਪਰਮੇਸ਼ਰ ਦੇ ਵੱਲੋਂ ਜਿਹੜਾ ਵਾਕਿਆ ਨਿਕਲਦਾ ਹੈ ਉਹ ਕਦੇ ਵੀ ਵਿਅਰਥ ਨਹੀਂ ਜਾਂਦਾ, ਉਹ ਬਿਨਾਂ ਸਾਮਰਥ ਦੇ ਨਹੀਂ ਹੁੰਦਾ। ਇਹ ਗੱਲ ਜਿਬਰਾਇਲ ਦੂਤ ਆਖ ਰਿਹਾ ਹੈ। ਇਹਦਾ ਮਤਲਬ ਪਰਮੇਸ਼ਰ ਦੇ ਸੁਭਾਅ ਨੂੰ ਦੂਤ ਵੀ ਜ਼ਾਹਿਰ ਕਰ ਰਿਹਾ ਹੈ ਕਿ ਪਰਮੇਸ਼ਰ ਦੇ ਵਿੱਚ ਜਿਹੜਾ ਗੁਣ ਹੈ, ਸਰਵ ਸ਼ਕਤੀਮਾਨ ਦਾ ਗੁਣ ਉਹਦੇ ਵਿੱਚ ਪਾਇਆ ਜਾਂਦਾ ਹੈ। ਜੋ ਹਿੰਦੀ ਦੇ ਵਿੱਚ ਤੁਸੀਂ ਪੜ੍ਹੋਗੇ ਤੇ ਉੱਥੇ ਲਿਖਿਆ ਹੈ, ਪਰਮੇਸ਼ਰ ਲਈ ਕੋਈ ਗੱਲ ਇੱਦਾਂ ਦੀ ਹੈ ਕਿ ਪਰਮੇਸ਼ਰ ਨਾ ਕਰ ਸਕੇ। ਪ੍ਰਿयो, ਪਰਮੇਸ਼ਰ ਸਭ ਕੁਝ ਕਰ ਸਕਦਾ ਹੈ। ਸਭ ਤੋਂ ਤਗੜੀ ਉਦਾਹਰਨ ਜਦ ਅਸੀਂ ਲੂਕਾ ਦੀ ਇੰਜੀਲ ਉਹਦਾ 18 ਅਧਿਆਇ ਉਹਦੀ 27 ਐਤ ਨੂੰ ਪੜ੍ਹਦੇ ਹਾਂ ਤੇ ਪ੍ਰਿयो, ਇਹਦੇ ਵਿੱਚ ਬੜੇ ਸਾਫ਼ ਤਰੀਕੇ ਨਾਲ ਯਿਸੂ ਮਸੀਹ ਨੇ ਇਸ ਗੱਲ ਦੀ ਪੁਸ਼ਟੀ ਕੀਤੀ। ਇਹ ਜਦ ਗੱਲ ਹੋ ਰਹੀ ਆ ਸਵਰਗ ਜਾਣ ਦੀ, ਮੁਕਤੀ ਮੋਕਸ਼ ਨੂੰ ਪਾਉਣ ਦੇ ਲਈ ਹੋ ਰਹੀ ਹੈ, ਤੇ ਚੇਲਿਆਂ ਨੇ ਆਖਿਆ ਤਾਂ ਬਹੁਤ ਮੁਸ਼ਕਲ ਆ, ਕਿਉਂਕਿ ਯਿਸੂ ਮਸੀਹ ਨੇ ਆਖਿਆ ਸੀ ਧਨਵਾਨ ਲੋਕ ਪਰਮੇਸ਼ਰ ਦੇ ਰਾਜ ਵਿੱਚ ਨਹੀਂ ਜਾ ਸਕਦੇ। ਤਾਂ ਚੇਲੇ ਬੜੇ ਹੈਰਾਨ ਹੋ ਗਏ ਤੇ ਫਿਰ ਆਖਿਆ, ਪ੍ਰਭੂ ਜੀ ਫਿਰ ਕਿਹੜੇ ਲੋਕ ਉਧਾਰ ਨੂੰ ਪ੍ਰਾਪਤ ਕਰਨਗੇ, ਕਿਹੜੇ ਲੋਕ ਆ ਜਿਹੜੇ ਮੁਕਤੀ ਨੂੰ ਪ੍ਰਾਪਤ ਕਰਨਗੇ। ਤਦ ਯਿਸੂ ਮਸੀਹ ਨੇ ਆਖਿਆ ਲੂਕਾ 18 ਉਹਦੀ 27 ਐਤ ਦੇ ਵਿੱਚ, ਪਰ ਉਸ ਆਖਿਆ ਕਿ ਜਿਹੜੀਆਂ ਗੱਲਾਂ ਮਨੁੱਖਾਂ ਤੋਂ ਅਣਹੋਣੀਆਂ ਹਨ ਉਹ ਪਰਮੇਸ਼ਰ ਤੋਂ ਹੋ ਸਕਦੀਆਂ ਹਨ। ਪ੍ਰਿयो, ਇੱਥੇ ਪਰਮੇਸ਼ਰ ਸਾਹਿਬ ਦੱਸਦਾ ਪਿਆ ਵਾ ਕਿ ਜਿਹੜੀਆਂ ਗੱਲਾਂ ਮਨੁੱਖ ਨਹੀਂ ਕਰ ਸਕਦਾ ਉਹ ਪਰਮੇਸ਼ਰ ਦੇ ਕੋਲ ਹੋ ਸਕਦੀਆਂ ਨੇ। ਸੋ ਇਸ ਲਈ ਅਸੀਂ ਇਸ ਚੀਜ਼ ਨੂੰ, ਇਸ ਸ਼ਬਦ ਨੂੰ ਹੋਰ ਅੱਛੇ ਤਰੀਕੇ ਨਾਲ ਸਮਝਾਂਗੇ। ਪ੍ਰਿयो, ਜਦੋਂ ਪਰਮੇਸ਼ਰ ਦੇ ਸਰਵ ਸ਼ਕਤੀਮਾਨ ਹੋਣ ਦੀ ਗੱਲ ਆਉਂਦੀ ਆ ਤੇ ਸਾਡੇ ਸਾਰਿਆਂ ਦਾ ਇੱਕ ਸਵਾਲ ਹੁੰਦਾ ਹੈ, ਯਾਨੀ ਬਹੁਤ ਸਾਰੇ ਸਵਾਲ ਹੁੰਦੇ ਨੇ। ਸਾਰੇ ਸਵਾਲਾਂ ਤੇ ਇਸ ਲਈ ਗੌਰ ਨਹੀਂ ਕਰਾ ਸਕਦਾ, ਪਰੰਤੂ ਮੈਂ ਤੁਹਾਨੂੰ ਸਿਰਫ ਇੱਕ ਨਜ਼ਰ ਦੇਣਾ ਚਾਹੁੰਦਾ, ਤੁਸੀਂ ਇਸ ਨੂੰ ਪੜ੍ਹ ਸਕਦੇ ਆ। ਸਾਰੇ ਇਨਸਾਨਾਂ ਦੇ ਸਵਾਲਾਂ ਦਾ ਜਵਾਬ ਇੱਕੋ ਹੀ ਵਰਸ ਵਿੱਚ ਬਾਈਬਲ ਕੰਪਲੀਟ ਕਰਦੀ ਆ ਇਸ ਗੱਲ ਦੇ ਉੱਤੇ ਕਿ ਪਰਮੇਸ਼ਰ ਜੇ ਸਰਵ ਸ਼ਕਤੀਮਾਨ ਹੈ ਤਾਂ ਫਿਰ ਇਹਦਾ ਮਤਲਬ ਇਹ ਹੋਇਆ ਕਿ ਪਰਮੇਸ਼ਰ ਕੁਝ ਵੀ ਕਰਨ ਦੀ ਤਾਕਤ ਰੱਖਦਾ ਹੈ। ਪ੍ਰਿयो, ਬਿਲਕੁਲ ਹਾਲੇਲੂਇਆ। ਸੌਰੀ ਡਿਸਟਰਬੈਂਸ ਦੇ ਲਈ। ਥੈਂਕ ਯੂ ਫਾਦਰ। ਪ੍ਰਿयो, ਇਸ ਗੱਲ ਦਾ ਜਵਾਬ ਬੜਾ ਸਮਝਦਾਰੀ ਨਾਲ ਦੇਣਾ ਪੈਂਦਾ ਹੈ ਕਿ ਜਦੋਂ ਅਸੀਂ ਕਹਿੰਦੇ ਹਾਂ ਕਿ ਪਰਮੇਸ਼ਰ ਸਰਵ ਸ਼ਕਤੀਮਾਨ ਹੈ ਤੇ ਬਹੁਤ ਸਾਰੇ ਨਾਸਤਿਕ ਲੋਕ ਨੇ ਤੇ ਬਹੁਤ ਸਾਰੇ ਪਰਮੇਸ਼ਰ ਨੂੰ ਮੰਨਦੇ, ਅੱਧੇ ਨਹੀਂ ਮੰਨਦੇ, ਤੇ ਬਹੁਤ ਸਾਰੇ ਹੈ ਜੋ ਪਰਮੇਸ਼ਰ ਨੂੰ ਮੰਨਦੇ ਨੇ। ਸਾਰਿਆਂ ਦੇ ਵਿੱਚ ਇਹ ਸਵਾਲ ਹੁੰਦਾ ਕਿ ਜਦ ਪਰਮੇਸ਼ਰ ਸਭ ਕੁਝ ਕਰ ਸਕਦਾ ਹੈ ਤੇ ਫਿਰ ਉਹ ਆਖਦਾ ਹੈ ਕਿ ਪਰਮੇਸ਼ਰ ਕੀ ਮੁਰਦਿਆਂ ਨੂੰ ਜ਼ਿੰਦਾ ਕਰ ਸਕਦਾ ਹੈ। ਤੇ ਪ੍ਰਿयो, ਬਾਈਬਲ ਕਹਿੰਦੀ ਹਾਂ ਬਿਲਕੁਲ ਕਰ ਸਕਦਾ ਹੈ। ਜਦ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਪਰਮੇਸ਼ਰ ਸਰਵ ਸ਼ਕਤੀਮਾਨ ਹੈ ਤੇ ਉਹ ਕਰ ਸਕਦਾ ਹੈ। ਫਿਰ ਬਹੁਤ ਸਵਾਲ ਆਉਂਦਾ ਵਾ ਕਿ ਪਰਮੇਸ਼ਰ ਸਰਵ ਸ਼ਕਤੀਮਾਨ ਆ ਤੇ ਇਹਦਾ ਮਤਲਬ ਉਹ ਕੁਝ ਵੀ ਕਰ ਸਕਦਾ ਵਾ, ਕਿ ਉਹ ਭੂਤਕਾਲ ਜੋ ਬੀਤ ਚੁੱਕਿਆ ਵਾ ਉਹਨੂੰ ਵਾਪਸ ਲਿਆ ਸਕਦਾ। ਪ੍ਰਿयो, ਤੁਹਾਡੇ ਸਵਾਲ ਨੂੰ ਤੁਸੀਂ ਧਿਆਨ ਨਾਲ ਸੋਚੋ, ਤੁਸੀਂ ਕੀ ਕਰ ਰਹੇ ਹੋ। ਅਸੀਂ ਕਹਿ ਰਹੇ ਹਾਂ ਕਿ ਜੋ ਬੀਤ ਗਿਆ ਹੈ ਵਾਪਸ ਆ ਸਕਦਾ ਵਾ। ਪ੍ਰਿयो, ਪਰਮੇਸ਼ਰ ਚਾਹੇ ਸਰਵ ਸ਼ਕਤੀਮਾਨ ਆ, ਚਾਹੇ ਸਾਰੀ ਦੁਨੀਆ ਤੇ ਧਰਤੀ ਤੇ ਪੂਰੀ ਹਕੂਮਤ ਰੱਖਦਾ ਵਾ, ਇਹ ਕੰਮ ਉਹ ਨਹੀਂ ਕਰਦਾ। ਉਹਦੀ ਵੀ ਇੱਕ ਵਜ੍ਹਾ ਵਾ, ਕਿਉਂਕਿ ਬਾਈਬਲ ਇਸ ਪ੍ਰਕਾਰ ਉਹਦੀ ਸਾਮਰਥ ਨੂੰ ਬਿਆਨ ਕਰਦੀ ਹੈ। ਤਾਂ ਹੀ ਮੈਂ ਆਖਿਆ ਇਹ ਸਾਰੇ ਸਵਾਲਾਂ ਦਾ ਜਵਾਬ ਇੱਕੋ ਹੀ ਦੇ ਵਿੱਚ ਆ ਜਾਏਗਾ। ਹੋਰ ਸਵਾਲ ਹੁੰਦਾ ਵਾ ਕਿ ਪਰਮੇਸ਼ਰ ਝੂਠ ਬੋਲ ਸਕਦਾ ਵਾ, ਪਰਮੇਸ਼ਰ ਮਰ ਸਕਦਾ ਵਾ। ਇਹਨਾਂ ਦੇ ਜਿੰਨੇ ਵੀ ਸਵਾਲ ਪਰਮੇਸ਼ਰ ਕਿੰਨੀ ਕੁ ਉਹਦੀ ਲਿਮਟ ਆ,
ਇਹ ਸਾਰੀਆਂ ਗੱਲਾਂ ਦੇ ਜਿਹੜੇ ਸਾਡੇ ਇਨਸਾਨ ਦੇ ਦਿਮਾਗ ਵਿੱਚ ਘੁੰਮਦੇ ਆ ਕਿ ਪਰਮੇਸ਼ਰ ਜੇ ਸਰਵ ਸ਼ਕਤੀਮਾਨ ਆ ਤੇ ਕੀ ਨਹੀਂ ਕਰ ਸਕਦਾ ਤੇ ਜਾਂ ਕਿੰਨਾ ਕੁ ਕਰ ਸਕਦਾ ਜਾਂ ਕਿੱਡਾ ਕਰ ਸਕਦਾ ਵਾ। ਸਾਰਿਆਂ ਦੇ ਜਵਾਬ ਇੱਕੋ ਆਇਤ ਵਿੱਚ ਆ, ਆਪਾਂ ਪੜ੍ਹਨ ਜਾ ਰਹੇ ਹਾਂ। ਲਿਖਿਆ ਹੈ ਉਹ ਸਵਰਗ ਵਿੱਚ ਹੈ, ਉਸਨੇ ਜੋ ਚਾਹਿਆ ਉਹੀ ਕੀਤਾ ਹੈ। प्रियो साडा परमेश्वर स्वर्ग विच रहिंदा है, सारी दुनिया का परमेश्वर स्वर्ग विच रहिंदा है। वचन इस प्रकार पुष्टि आखदा है, साडा परमेश्वर स्वर्ग विच है, उन्हें जो चाहया सो कीता है। हुण तुसीं बिल्कुल साफ ते स्पष्ट तरीके नाल समझ गए होंगे। जिस तरह डीसी नूं अधिकार है, कमिश्नर नूं अधिकार है, पुलिस नूं अधिकार है, रिपोर्टर नूं अधिकार है अपने शहर विच पूरी तरह सच नूं बयान करन। कर्मचारियों नूं पूरी तरह अधिकार हुंदा वा कि बिना भ्रष्टाचार तो अपना काम करन। बाप नूं एक घर चलाने वाले बाप नूं पूरा अधिकार हुंदा ते सच्चाई नाल अपने घर नूं चलान। प्रियो जद ये नहीं करते पूरी सच्चाई दे नाल, इन्हां दी एक लिमिट बनाई हुई आ ते असीं कौन हुंदे आ परमेश्वर ये कहण वाले कि जे तू सर्वशक्तिमान है तो फिर आ करके दिखा जां वो करके दिखा। इहदा इक्को ही उत्तर है, परमेश्वर अपनी मर्जी नाल काम करदा है। बाप जदों अपनी मर्जी ते आ जाता तो बच्चों को सुधार के रख दिंदा वा। कमिश्नर अगर अपनी मर्जी दे विच आ जाए, अपनी रुतबे दे विच आ जाए तो सारे गुनेगारां नूं इक्को पल विच फड़ सकदा हो। उन्होंने पता हुंदा किहड़े नगर विच कित्थे नशा बेचा जा रहा, कित्थे अपराध हो रहा, मिनटां च काम कर सकदा वा। डीसी नूं पता लग जाए तो वह भी मिनटां च काम कर सकदा वा। पत्रकारां नूं भी पता हुंदा वा, अगर वो भी अपनी सच्चाई दे विच आ जाण तो वह भी एक पल दे विच ही जल्द तो जल्द, यानी एक पल का मतलब एक उदाहरण के तौर पर वो भी चाहते अपने इलाके के विचों भ्रष्टाचार खत्म कर सकते हैं। रही गल कर्मचारियों की, तो कर्मचारी सरकारी मुलाजमान भी पता होंदा वा। पर प्रियो ये सारे काम आप अपनी इच्छा के अनुसार करते हैं। तो प्रियो जब असी मनुष्य अपनी इच्छा के अनुसार काम करते हैं तो प्रियो परमेश्वर आ जिहदी गल कर रहे हैं, इनू असी नहीं कह सकते तू आ करके दिखा जा वो करके दिखा। ये परमेश्वर आ, इसलिए बाइबल कहती है उन्हें जो चाहया, यानी वो मर्जी आ। जो उसकी मर्जी आ तो उन्हें काम करना वा। फिर तो साढ़े लिए उन्हें ये कहने की जरूरत नहीं कि मैं करके दिखावा या नहीं। वो परमेश्वर अपनी मर्जी नाल सारे काम करता, क्योंकि जो तुहाडी मर्जी नाल काम करेगा तो पता नहीं तुहाडे और मेरे विचों पता नहीं किहड़ी इच्छा लैके परमेश्वर को कहेंगे आ करके दिखा, मैं तेरे ते फिर विश्वास करूँगा, आ करके दिखा, मैं तेरे ते विश्वास करूँगा। प्रियो हज़ारां ही गवाइयां, लखां ही गवाइयां दुनिया दे विच जद परमेश्वर के लोगों ने परमेश्वर को कहा भी आ मेरे जीवन च करके दिखा, उन्हें किया। पर परमेश्वर हर काम अपनी इच्छा के अनुसार ही करता है। सो प्रियो जो परमेश्वर सर्वशक्तिमान होंदा तो बहुत सारे प्रश्न साढ़े दिमाग च घूमते हैं, उन्होंने हल यही आ कि परमेश्वर अपनी मर्जी के मुताबिक काम करता है। सो परमेश्वर इन्हां वचनों द्वारा आप सबनों आशीष करे। मैं उम्मीद करता हाँ कि ये परमेश्वर के तुसीं वध रहे हो और परमेश्वर तुहानूं आशीष कर रहे। सारिआं नूं जय मसीह।